ਸੀ। ਤੂਤਾਂ ਵਾਲਾ ਖੂਹ ਨਾਵਲ ਦੀ ਤਰਜ਼ ਦੇ ਉੱਤੇ ਜਿਵੇਂ ਉਹ ਸ਼ਾਹੂਕਾਰ ਉਸ ਨਾਵਲ ਦੇ ਵਿੱਚ ਇੱਕ ਕਿਸਾਨ ਦੀ ਜ਼ਮੀਨ ਹੜੱਪਣ ਵਾਸਤੇ ਕੀ ਕੁਛ ਕਰਦਾ, ਇਹ ਖੇਤੀ ਸੁਧਾਰ ਆਰਡੀਨੈਂਸ ਤੂਤਾਂ ਵਾਲੇ ਖੂਹ ਤੋਂ ਇੱਕ ਪ੍ਰੇਰਣਾ ਤੇ ਸਿੱਖਿਆ ਲੈ ਕੇ ਇੱਕ ਸੀਕ੍ਰੇਟ ਰਸਤਾ ਰੂਟ ਬਣਾ ਕੇ ਕਿ ਪੰਜਾਬ ਦੀ ਉਪਜਾਊ ਭੂਮੀ ਦੇ ਉੱਤੇ ਕਾਰਪੋਰੇਟ ਨੂੰ ਕਾਬਜ਼ ਕਿਵੇਂ ਕਰਾਉਣਾ। ਸੋ ਸਾਡੇ ਇਸ ਲੋਕ ਇਨਸਾਫ ਪਾਰਟੀ ਦੇ ਐਜੀਟੇਸ਼ਨ ਨੇ ਉਹ ਵੇਲੇ ਜਦੋਂ ਪੰਜਾਬ ਦੇ ਵਿੱਚ ਕਿਸੇ ਰਾਜਨੀਤਿਕ ਪਾਰਟੀ ਨੇ ਕੋਈ ਆਪਣਾ ਪ੍ਰੋਗਰਾਮ ਨਹੀਂ ਲਿਖਿਆ, ਕਿਸੇ ਰਾਜਨੀਤਿਕ ਪਾਰਟੀ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ, ਤੇ ਲੋਕ ਇਨਸਾਫ ਪਾਰਟੀ ਦੇ ਜੁਝਾਰੂ ਯੋਧਿਆਂ ਨੇ 300 ਕਿਲੋਮੀਟਰ ਲੰਬੀ ਰੋਜ਼ ਯਾਤਰਾ ਸਾਈਕਲਾਂ ਦੇ ਉੱਤੇ ਸਵਾਰ ਹੋ ਕੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ। 5 ਦਿਨ ਰਾਤ ਨੂੰ ਪਿੰਡਾਂ ਦੇ ਪਿੰਡ ਸਾਡੇ ਟੈਂਟਾਂ ਦੇ ਵਿੱਚ ਆਉਂਦੇ, ਦਿਨ ਦੇ ਵਿੱਚ ਪਿੰਡ ਸ਼ਹਿਰ ਕਸਬਿਆਂ ਦੇ ਵਿੱਚੋਂ ਦੀ ਹੁੰਦੇ ਹੋਏ ਕਿਸਾਨ, ਆੜ੍ਹਤੀਆ, ਪੱਲੇਦਾਰ, ਛੋਟਾ ਟਰਾਂਸਪੋਰਟਰ, ਦਲਿਤ ਖੇਤ ਮਜ਼ਦੂਰ, ਇਹਨਾਂ ਸਾਰਿਆਂ ਨੂੰ ਜਾਗਰੂਕ ਕਰਕੇ ਪੰਜਾਬ ਦੇ ਅੰਦਰ ਇੱਕ ਐਸਾ ਜਾਗਰੂਕਤਾ ਦਾ ਮਾਹੌਲ ਪੈਦਾ ਕੀਤਾ। ਕਿਸਾਨ ਜਥੇਬੰਦੀਆਂ ਸੜਕਾਂ ਤੇ ਆਈਆਂ, ਮਜ਼ਦੂਰ ਜਥੇਬੰਦੀਆਂ ਸੜਕਾਂ ਤੇ ਆਈਆਂ, ਵਪਾਰੀ ਵਰਗ ਸੜਕਾਂ ਤੇ ਆਇਆ, ਕਿਉਂਕਿ ਜੇ ਖੇਤੀਬਾੜੀ ਪ੍ਰਧਾਨ ਸੂਬਾ, ਇੱਥੇ ਦਾ ਵਪਾਰ ਤਾਂ ਚੱਲਣਾ ਜੇ ਕਿਸਾਨ ਦੀ ਜੇਬ ਦੇ ਵਿੱਚ ਕੈਸ਼ ਆ, ਪੈਸੇ ਆ। ਜੇ ਕਿਸਾਨ ਦੀ ਜੇਬ 'ਚ ਦੋਸਤੋ ਕੈਸ਼ ਪੈਸੇ ਆ, ਫਿਰ ਸਾਈਕਲ, ਸਕੂਟਰ, ਮੋਟਰਸਾਈਕਲ, ਕਾਰਾਂ, ਸੋਨਾ, ਕੱਪੜਾ, ਬਜਾਜੀ, ਇਹ ਵਪਾਰ ਤਾਂ ਹੀ ਚੱਲਣਾ, ਕਿਉਂਕਿ 80% ਨਿਰਭਰਤਾ ਖੇਤੀਬਾੜੀ ਦੇ ਉੱਤੇ ਆ। ਜੇ ਕਿਸੇ ਗੱਡੀ ਦੀ ਹੱਬ ਟੁੱਟ ਜਾਵੇ, ਉਹਦਾ ਧੁਰਾ ਟੁੱਟ ਜਾਵੇ, ਤੇ ਕੀ ਉਹ ਗੱਡੀ ਚੱਲ ਸਕਦੀ ਹੈ? ਸੋ ਸਾਡਾ ਧੁਰਾ ਖੇਤੀਬਾੜੀ ਹੈ। ਜੇ ਖੇਤੀਬਾੜੀ ਕਿਸਾਨ ਖੁਸ਼ਹਾਲ ਆ ਤੇ ਫਿਰ ਸਾਡੀ ਗੱਡੀ ਜਿਹੜੀ ਆ ਉਹ ਦੌੜਦੀ ਹੈ। ਸੋ ਅੱਜ ਮੈਨੂੰ ਇਸ ਗੱਲ ਦੀ ਅਤਿਅੰਤ ਪ੍ਰਸੰਨਤਾ ਕਿ ਲੋਕ ਇਨਸਾਫ ਪਾਰਟੀ ਦੇ ਵਿੱਢੇ ਸੰਘਰਸ਼ ਨੂੰ ਬਹੁਤ ਵੱਡੀ ਪੱਧਰ ਤੇ ਜਾਗਰੂਕਤਾ ਦੇ ਮਾਹੌਲ ਦੇ ਵਿੱਚ ਇੱਕ ਸਫਲਤਾ ਪ੍ਰਾਪਤ ਹੋਈ ਹੈ। ਉਹ ਸਫਲਤਾ ਜਿਹੜੀ ਕੱਲ ਵਿਧਾਨ ਸਭਾ ਦੇ ਵਿੱਚ ਸਰਕਾਰ ਨੂੰ ਮਜਬੂਰ ਕੀਤਾ ਪੰਜਾਬ ਦੇ ਲੋਕਾਂ ਨੇ, ਲੋਕ ਇਨਸਾਫ ਪਾਰਟੀ ਦੀ ਜਾਗਰੂਕਤਾ ਮੁਹਿੰਮ ਤੋਂ ਬਾਅਦ ਸਰਕਾਰ ਨੂੰ ਪ੍ਰਸਤਾਵ ਲਿਆਉਣਾ ਪਿਆ ਵਿਧਾਨ ਸਭਾ ਦੇ ਅੰਦਰ। ਖੇਤੀਬਾੜੀ ਜਿਹੜੇ ਸੁਧਾਰ ਆਰਡੀਨੈਂਸ ਤਿੰਨੋਂ ਹੈਗੇ ਆ, ਉਹਨਾਂ ਨੂੰ ਬਹੁਤ ਸੰਮਤੀ ਦੇ ਨਾਲ ਰੱਦ ਕਰਕੇ ਲੋਕ ਸਭਾ ਤੇ ਰਾਜ ਸਭਾ ਨੂੰ ਭੇਜਣ ਦਾ ਉਪਰਾਲਾ ਕੱਲ੍ਹ ਜਿਹੜਾ ਗਵਰਨਮੈਂਟ ਨੇ ਕੀਤਾ। ਇੱਕ ਤਾਂ ਅਸੀਂ ਸਰਕਾਰ ਪੰਜਾਬ ਦਾ ਇਸ ਗੱਲੋਂ ਧੰਨਵਾਦ ਵੀ ਕਰਦੇ ਹਾਂ ਕਿ ਚੀਕਾਂ ਮਾਰਨ ਤੋਂ ਬਾਅਦ, ਰੌਲਾ ਪਾਉਣ ਤੋਂ ਬਾਅਦ ਬੱਚੇ ਨੂੰ ਭੁੱਖ ਲੱਗੀ ਹੋਵੇ, ਕਈ ਵਾਰੀ ਮਾਂ ਨੂੰ ਵੀ ਯਾਦ ਨਹੀਂ ਆਉਂਦਾ ਵੀ ਬੱਚੇ ਨੂੰ ਭੁੱਖ ਆ, ਜਿੰਨੀ ਦੇਰ ਤੱਕ ਬੱਚਾ ਉੱਚੀ ਆਵਾਜ਼ 'ਚ ਮਾਂ ਨੂੰ ਚੀਕ ਮਾਰ ਕੇ ਪੁਕਾਰਦਾ ਨਹੀਂ ਤੇ ਮਾਂ ਵੀ ਆਪਣੇ ਕੰਮਾਂ 'ਚ ਬਿਜ਼ੀ ਰਹਿੰਦੀ ਹੈ। तो लोक इंसाफ पार्टी ने चीख चहाड़ा पाया, एजुटेशन किया, लोगों को लामबंद करके जागरूक करते हुए प्रैशर बिल्ड किया तो सरकार को यह प्रस्ताव लिया पिया। सो कल की वड्डी सफलता है कि प्रस्ताव लोक सभा दे विच बहुत सहमति दे नाल पास हो गया। वो लोग जिहड़े पंजाब लई डोगरे है, जिन्होंने हमेशा पंजाब ते पंजाबियों की पिठ दे विच छुरा खोपिया, मतलब कि बादल परिवार, अली बाबा 40 चोर हुण 40 तो नहीं रहे हैगे, कोई उन्होंने 10-12 MLA, एक भी MLA विधान सभा दे विच हाज़र नहीं सी। वो इस गल दा संकेत है, वो इस गल दा संकेत है कि सुखबीर बादल घबराए हुए हैं, बादल परिवार डरिया होया कि असीं किहड़ा मूँह लैके लोकां दे विच जावांगे। उन्होंने तो अपने वालों कल एक चिट्ठी सरदार सुखबीर सिंह बादल अखबारां दे विच अपना चेहरा मोहरा बचाने वास्ते, अपने पिंडे नूं सेक तो बचाने वास्ते एक चिट्ठी पढ़ते प्रैस कॉन्फ्रेंस के जरिए कहते जी केंद्र ने सानू इंश्योर करता कि यह खेतीबाड़ी सुधार लागू होने तो बाद MSP बरकरार रहेगी। मेरी तुहाडे जरिए सत्कारयोग सरदार सुखबीर सिंह बादल नूं ये सवाल ते प्रश्न है कि असीं तुहाडी गल दे उत्ते यकीन कर लैंदे आ कि MSP नहीं टुटूगी। MSP सरदार सुखबीर सिंह बादल जी मक्की के उत्ते भी 1850 रुपये प्रति क्विंटल MSP है, तो मक्की दुआबे दे विच चले जाओ जिथे सब तो वध मक्की की पैदावार हुंदी है, दुआबे दे विच मक्की 650 रुपये प्रति क्विंटल, मतलब कि 1200 रुपये की कुंडी लगी पंजाब के किसान नूं। कित्थे आ तुहाडी मोदी की सरकार जिहदी MSP दियां तुसीं गल्लां करदे हो, तुसीं पत्रकारां दे जरिए
ਅਖਬਾਰਾਂ ਤੇ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਤੇ ਪੰਜਾਬ ਦੇ ਦਲਿਤ ਮਜ਼ਦੂਰ ਤੇ ਕਿਸਾਨ ਨੂੰ ਗੁੰਮਰਾਹ ਕਰਨ ਦਾ ਯਤਨ ਕਰਦੇ ਹੋ। MSP ਰਹੂਗੀ ਦੋਸਤੋ। ਜੇ ਕੋਈ ਸਰਕਾਰੀ ਏਜੰਸੀ ਖਰੀਦੀ ਨਾ ਕਰਨਾ ਹੋਵੇ ਫਿਰ ਤਾਂ ਜਿਹੜੇ ਲੋਟੂ ਤੁਰੇ ਫਿਰਦੇ ਆ ਉਹ ਆਪਣੀ ਮਰਜ਼ੀ ਦਾ, ਜਿਵੇਂ ਮੱਕੀ ਦਾ ਹਾਲ ਹੋਇਆ। ਜੇ ਖੇਤੀਬਾੜੀ ਸੁਧਾਰ ਆਰਡੀਨੈਂਸ ਕਿਤੇ ਪ੍ਰਸਤਾਵ ਪਾ ਕੇ ਰੱਦ ਨਾ ਕਰਦੇ ਤੇ ਲਾਗੂ ਹੋ ਜਾਂਦਾ ਤੇ ਪੰਜਾਬ ਦੀ ਮੂਲ ਫਸਲ ਕਣਕ ਤੇ ਚਾਵਲ ਦਾ ਵੀ ਇਹ ਹਾਲ ਹੋਣਾ ਸੀ। ਕਣਕ ਤੇ ਚਾਵਲ ਅਡਾਨੀ ਵਰਗੇ ਜਿਹੜੇ 2500 ਏਕੜ ਦੇ ਵਿੱਚ ਡਗਰੂ ਪਿੰਡ ਮੋਗਾ ਤੋਂ ਫਿਰੋਜ਼ਪੁਰ ਜਾਂਦੇ ਆ, 2500 ਏਕੜ ਦੇ ਵਿੱਚ ਉਹਨਾਂ ਨੇ ਮਕੈਨੀਕਲ ਖਰੀਦ ਕੇਂਦਰ ਸਥਾਪਿਤ ਕੀਤਾ ਜਿੱਥੇ ਰੇਲਵੇ ਲਾਈਨ ਅੰਦਰ ਤੱਕ ਜਾਂਦੀ ਹੈ। ਉਹਨਾਂ ਨੇ ਪੰਜਾਬ ਦੇ ਕਿਸਾਨ ਦੀ ਜਿਹੜੀ ਮੂਲ ਫਸਲ ਆ ਝੋਨਾ, ਚਾਵਲ ਤੇ ਕਣਕ, ਇਹ ਅੱਧੇ ਪੌਣੇ ਭਾਅ ਖਰੀਦ ਕੇ ਮੁੜ ਕੇ 2-2 3-3 ਸਾਲ ਪੈਸੇ ਨਹੀਂ ਦੇਣੇ। ਪੰਜਾਬ ਦਾ 80% ਕਿਸਾਨ ਆਪਣੀ ਜ਼ਮੀਨ ਬੈਂਕਾਂ ਦੇ ਕੋਲੇ ਗਿਰਵੀ ਰੱਖੀ ਬੈਠਾ। ਜਦੋਂ 2-3 ਸਾਲ ਮੂਲ ਫਸਲ ਤੇ ਹੀ ਰਕਮ ਨਾ ਆਈ ਤੇ ਬੈਂਕਾਂ ਦੀ ਕੁਰਕੀ ਆਉਣੀ ਆ ਤੇ ਕੁਰਕੀਆਂ ਦੇ ਜ਼ਰੀਏ ਫਿਰ ਇਹ ਲੋਕ ਜਿਹੜੇ ਕਾਰਪੋਰੇਟ ਅਡਾਨੀ ਤੇ ਅਮਾਨੀ ਵਰਗੇ ਆ ਉਹ ਬੈਂਕਾਂ ਵਾਲਿਆਂ ਨਾਲ ਸੰਧੀ ਕਰਕੇ ਇੱਕ ਸੰਗਠਨ ਬਣਾ ਕੇ ਪੰਜਾਬ ਦੇ ਕਿਸਾਨ ਦੀ ਉਪਜਾਊ ਭੂਮੀ ਨੂੰ ਕੌਡੀਆਂ ਦੇ ਭਾਅ ਤੇ ਖਰੀਦਣ ਦਾ ਮਨਸੂਬਾ ਸੀ। ਡੋਗਰੇ ਕੱਲ ਵਿਧਾਨ ਸਭਾ ਦੇ ਵਿੱਚੋਂ ਗੈਰ ਹਾਜ਼ਰ ਰਹੇ, ਬਾਦਲ ਅਕਾਲੀ ਦਲ ਦੇ ਸਾਰੇ MLA ਤੇ ਮੈਂ BJP ਦੇ 2 MLA ਨੂੰ ਆਪਣੀ ਸਪੀਚ ਦੇ ਦੌਰਾਨ ਮੈਂ 12-15 ਮਿੰਟ ਬੋਲਿਆ। ਮੈਂ ਬੇਨਤੀ ਕੀਤੀ ਵੀ ਅੱਜ ਤੁਸੀਂ ਪੰਜਾਬੀ ਹੋਣ ਦਾ ਸਬੂਤ ਦੇ ਦਿਓ ਦੋਸਤੋ। ਤੁਸੀਂ 2 MLA ਹੋ BJP ਦੇ ਅੰਦਰ, ਅੱਜ ਤੁਸੀਂ ਸਬੂਤ ਦਿਓ ਕਿ ਮੋਦੀ ਸਾਹਿਬ ਅਸੀਂ ਤੇਰੀ ਪਾਰਟੀ ਦੇ ਵਿਧਾਇਕ ਜ਼ਰੂਰ ਹਾਂ ਪਰ ਅਸੀਂ ਪੰਜਾਬੀ ਹਾਂ। ਅਸੀਂ ਇਹ ਜਿਹੜਾ ਪ੍ਰਸਤਾਵ ਮੁੱਖ ਮੰਤਰੀ ਲੈ ਕੇ ਆਏ ਆ ਖੇਤੀਬਾੜੀ ਸੁਧਾਰ ਆਰਡੀਨੈਂਸਾਂ ਨੂੰ ਰੱਦ ਕਰਨ ਵਾਸਤੇ, ਅਸੀਂ ਇਸ ਪ੍ਰਸਤਾਵ ਦੇ ਹੱਕ ਦੇ ਵਿੱਚ ਹਾਂ। ਮਤਲਬ ਕਿ ਬਹੁਤ ਸੰਮਤੀ ਦੀ ਜਗ੍ਹਾ ਤੇ ਸਰਬਸੰਮਤੀ ਸ਼ਬਦ ਲਿਖਿਆ ਜਾਂਦਾ। ਪਰ ਅਫਸੋਸ ਆ ਕਿ ਉਹਨਾਂ ਦੋਨੋਂ ਭਰਾਵਾਂ ਨੇ, ਉਹਨਾਂ ਦੋਨੋਂ BJP ਦੇ ਸਤਿਕਾਰਯੋਗ MLA ਸਵਾਨਾ ਨੇ ਸਾਡੀ ਗੱਲ ਮੰਨੀ ਨਹੀਂ। ਮੇਰੀ ਗੱਲ ਤੋਂ ਬਾਅਦ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਮੇਰਾ ਨਾਮ ਲੈ ਕੇ ਉਹਨਾਂ ਨੂੰ ਅਪੀਲ ਕੀਤੀ ਵੀ ਬੈਂਸ ਕਹਿ ਕੇ ਗਿਆ। ਮੈਂ ਵੀ ਤੁਹਾਨੂੰ ਅਪੀਲ ਕਰਦਾ ਵੀ ਤੁਸੀਂ ਵੀ ਅੱਜ ਪੰਜਾਬੀ ਹੋਣ ਦਾ ਮਾਣ ਦਿਖਾ ਦਿਓ, ਤੁਸੀਂ ਵੀ ਅੱਜ ਸਰਬਸੰਮਤੀ ਦੇ ਵਿੱਚ ਸ਼ਾਮਲ ਹੋ ਜਾਓ ਕਿਉਂਕਿ ਬਾਕੀ ਸਾਰੇ MLA ਇੱਕ ਪਾਸੇ, ਤੁਸੀਂ ਸਿਰਫ 2 ਡੋਗਰੇ ਤਾਂ ਛੁੱਟੀ ਕਰ ਗਏ। ਉਹ ਤਾਂ ਕਰੋਨਾ ਦੀ ਆੜ ਦੇ ਵਿੱਚ ਵਿਧਾਨ ਸਭਾ 'ਚ ਬਾਦਲ ਦਲੀਏ ਤਾਂ ਪਹੁੰਚੇ ਹੀ ਨਹੀਂਗੇ। ਸੋ ਅੱਜ ਜਿੱਥੇ ਬਹੁਤ ਵੱਡੀ ਖੁਸ਼ੀ ਹੈ, ਬਹੁਤ ਵੱਡਾ ਇੱਕ ਸੰਤੁਸ਼ਟੀ ਹੈ ਕਿ ਇਸ ਅੰਦੋਲਨ ਜਿਹੜਾ ਲੋਕ ਇਨਸਾਫ ਪਾਰਟੀ ਨੇ ਵਿੱਢਿਆ ਸੀ, 5 ਦਿਨ ਸੜਕਾਂ ਦੇ ਉੱਤੇ ਰਾਤਾਂ ਗੁਜ਼ਾਰੀਆਂ, 5 ਦਿਨ ਸੜਕਾਂ ਦੇ ਉੱਤੇ ਸਾਈਕਲ ਚਲਾ ਕੇ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਤੇ ਜਾਗਰੂਕ ਕੀਤਾ, ਉਸ ਅੰਦੋਲਨ ਨੂੰ ਸਫਲਤਾ ਮਿਲੀ ਆ। ਲੋਕ ਇਨਸਾਫ ਪਾਰਟੀ ਜਿੰਦਾਬਾਦ। ਇਹ ਸਾਰੇ ਦੋਸਤ ਜਿਨ੍ਹਾਂ ਨੇ 300 ਕਿਲੋਮੀਟਰ ਲੰਬੀ ਯਾਤਰਾ ਕੀਤੀ ਹੈ, ਬਹੁਤ ਸਾਰੇ ਕਿਸਾਨ, ਬਹੁਤ ਸਾਰੇ ਆੜਤੀ ਦੋਸਤ ਔਰ ਬਹੁਤ ਸਾਰੇ ਪੱਲੇਦਾਰ ਮਜ਼ਦੂਰ ਸਾਥੀ ਆਏ ਆ ਲੋਕ ਇਨਸਾਫ ਪਾਰਟੀ ਦੇ ਦੋਸਤਾਂ ਨੂੰ ਸਨਮਾਨਿਤ ਕਰਨ ਵਾਸਤੇ। ਔਰ ਮੈਂ ਇਹਨਾਂ ਸਾਰੇ ਦੋਸਤਾਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਦੋਨੋਂ ਹੱਥ ਜੋੜ ਕੇ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ। ਲੋਕ ਇਨਸਾਫ ਪਾਰਟੀ ਜੋ ਕਹਿੰਦੀ ਹੈ ਉਹਦੇ ਤੇ ਅਮਲ ਕਰਦੀ ਹੈ, ਜੋ ਕਹਿੰਦੀ ਹੈ ਉਹਦੇ ਤੇ ਪਹਿਰਾ ਦਿੰਦੀ ਹੈ। ਸਿਰਫ ਸਟੇਟਮੈਂਟ, ਅਖਬਾਰੀ ਬਿਆਨ ਜਾਂ ਫੇਸਬੁੱਕ ਦੇ ਉੱਤੇ ਲਾਈਵ ਹੋ ਕੇ ਨਹੀਂ, ਜ਼ਮੀਨੀ ਹਕੀਕਤ ਦੇ ਉੱਤੇ। ਜੇ ਅੱਜ ਪੰਜਾਬ ਦੇ ਅੰਦਰ ਕੋਈ ਲੁੱਟ ਮਾਫੀਏ ਨੂੰ, ਕੋਈ ਕਰਪਸ਼ਨ ਨੂੰ ਨਕੇਲ ਪਾ ਰਿਹਾ ਤੇ ਦੋਸਤੋ ਲੋਕ ਇਨਸਾਫ ਪਾਰਟੀ ਆ। ਚਾਹੇ ਕੱਲ ਧਰਮਸੋਤ ਸਾਹਿਬ, ਸਰਦਾਰ ਸਾਧੂ ਸਿੰਘ ਧਰਮਸੋਤ ਜਿਹੜੇ ਵਜ਼ੀਰ ਹੈਗੇ ਆ, ਜਿਨ੍ਹਾਂ ਨੇ ਸੈਂਕੜੇ ਕਰੋੜ ਰੁਪਈਆ ਦਲਿਤ ਵਿਦਿਆਰਥੀਆਂ ਦੇ ਭਵਿੱਖ ਨੂੰ ਰੁਸ਼ਨਾਉਣ ਵਾਸਤੇ ਕੇਂਦਰ ਸਰਕਾਰ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਸੈਂਕੜੇ ਕਰੋੜ ਰੁਪਈਆ ਹੜਪਿਆ। ਵਿਧਾਨ ਸਭਾ ਦੇ ਅੰਦਰ ਕੌਣ ਬੋਲਿਆ? ਕਿਹਨੇ ਧਰਨਾ ਦਿੱਤਾ? ਉਹ ਲੋਕ ਇਨਸਾਫ ਪਾਰਟੀ ਦੇ 2 ਵਿਧਾਇਕਾਂ ਨੇ ਸਰਕਾਰ ਨੂੰ ਮਜਬੂਰ ਕੀਤਾ ਕਿ ਇਸ ਕਰਪਟ ਮੰਤਰੀ ਨੂੰ ਤੁਰੰਤ ਡਿਸਮਿਸ ਕਰਕੇ CBI ਦੀ ਜਾਂਚ ਕਰਾਓ ਕਿਉਂਕਿ ਇਹ ਫੰਡ ਸੂਬਾ ਸਰਕਾਰ ਦੇ ਨਹੀਂ, ਇਹ ਫੰਡ ਕੇਂਦਰ ਸਰਕਾਰ ਦੇ ਆ। ਕੇਂਦਰ ਸਰਕਾਰ ਦੇ ਫੰਡਾਂ ਦੇ ਵਿੱਚ ਹੋਈ ਘਪਲੇਬਾਜ਼ੀ ਅਧਿਕਾਰ ਸਿਰਫ ਤੇ ਸਿਰਫ CBI ਹੈ। ਇਹ ਆਪੋਜੀਸ਼ਨ ਨੇ ਕੋਈ ਕਾਰਡ ਨਹੀਂ ਕੱਢੀ, ਅਸੀਂ ਸਕੈਮ ਉਜਾਗਰ ਨਹੀਂ ਕੀਤਾ। ਇਹ ਸਕੈਮ ਸੀਨੀਅਰ IAS ਅਫਸਰ ਕਿਰਪਾ ਸ਼ੰਕਰ ਜੀ, ਮੈਂ ਸਲਾਮ ਕਰਦਾ ਉਹਨਾਂ ਦੀ ਇਮਾਨਦਾਰੀ ਨੂੰ, ਜਿਨ੍ਹਾਂ ਨੇ ਸੈਂਕੜੇ ਪੇਜਾਂ ਦੀ ਰਿਪੋਰਟ ਜਿਹਦੀ ਕਾਪੀ ਮੇਰੇ ਕੋਲ ਆ। ਕੱਲ ਮੈਂ ਪੰਜਾਬ ਵਿਧਾਨ ਸਭਾ ਦੇ ਅੰਦਰ ਮੁੱਖ ਮੰਤਰੀ ਨੂੰ ਕਾਪੀ ਕਿ ਅਸੀਂ ਨਹੀਂ ਬੋਲਦੇ, ਤੁਹਾਡੀ ਸਰਕਾਰ ਦਾ ਇੱਕ ਐਡੀਸ਼ਨਲ ਚੀਫ ਸੈਕਟਰੀ ਸੀਨੀਅਰ IAS ਅਫਸਰ ਦੀ ਰਿਪੋਰਟ ਹੈ ਜਿਹਦੇ ਵਿੱਚ ਤੁਹਾਡਾ ਮੰਤਰੀ ਤੇ ਵੈਲਫੇਅਰ ਦਾ ਡਿਪਟੀ ਡਾਇਰੈਕਟਰ ਪਰਮਿੰਦਰ ਗਿੱਲ ਸੈਂਕੜੇ ਕਰੋੜ ਰੁਪਈਆ ਦਲਿਤ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਖਿਲਵਾੜ ਕਰਦੇ ਹੋਏ ਗਬਨ ਕਰਕੇ ਗਏ ਆ। ਇਹਨਾਂ ਨੂੰ ਡਿਸਮਿਸ ਕਰਕੇ CBI ਨੂੰ ਜਾਂਚ ਦਿਓ। ਸੋ ਅਸੀਂ ਉਹਦੇ ਉੱਤੇ ਅੱਜ 2:30 ਵਜੇ ਜਲੰਧਰ ਦੇ ਵਿੱਚ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਕੇ ਅਗਲੀ ਰਣਨੀਤੀ ਸਾਧੂ ਸਿੰਘ ਧਰਮਸੋਤ ਨੂੰ ਡਿਸਮਿਸ
ਤੇ ਇਸ ਬਹੁਤ ਕਰੋੜੀ ਘਪਲੇ ਦੀ ਸੀਬੀਆਈ ਤੋਂ ਜਾਂਚ, ਤਾਂ ਜੋ ਭਵਿੱਖ ਦੇ ਵਿੱਚ ਦਲਿਤ ਵਿਦਿਆਰਥੀਆਂ ਦੇ ਫਿਊਚਰ ਦੇ ਨਾਲ, ਉਹਨਾਂ ਦੇ ਭਵਿੱਖ ਦੇ ਨਾਲ ਕੋਈ ਬੰਦਾ ਖਿਲਵਾੜ ਕਰਨ ਦਾ ਯਤਨ ਨਾ ਕਰ ਸਕੇ। ਬਹੁਤ ਬਹੁਤ ਧੰਨਵਾਦ। ਜਿੰਦਾਬਾਦ। ਲੋਕ ਇਨਸਾਫ ਪਾਰਟੀ ਜਿੰਦਾਬਾਦ। ਕੱਲ੍ਹ ਵਿਧਾਨ ਸਭਾ ਸੈਸ਼ਨ ਸੀਗਾ ਤੇ ਕੁਲਬੀਰ ਸਿੰਘ ਜੀਰਾ ਦੀ ਰਿਪੋਰਟ ਪੋਜ਼ਿਟਿਵ ਆਈ, ਉਹਨਾਂ ਕੈਪਟਨ ਅਮਰਿੰਦਰ ਸਿੰਘ ਨਾਲ ਮਿਲੇ ਵੀ ਸੀਗੇ, ਕਿਸ ਤਰ੍ਹਾਂ ਦੇ? ਸੁਣੋ ਗੱਲ, ਮਾਸਕ ਦਾ ਨਾਮ ਲੈ ਕੇ ਤੁਸੀਂ ਲੋਕਾਂ ਨੂੰ ਚੁੱਪ ਕਰਾਉਣ ਦਾ ਯਤਨ ਕਰੋ, ਤੁਸੀਂ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਦਾ ਯਤਨ ਕਰੋ। ਤੁਸੀਂ ਪੰਜਾਬ ਦੇ ਅੰਦਰ ਚੱਪੇ ਚੱਪੇ ਤੇ ਰੇਤਾ ਬਜਰੀ ਚੋਰੀ, 200 ਜ਼ਹਿਰੀਲੀ ਸ਼ਰਾਬ ਨਾਲ ਮੌਤਾਂ, ਤੁਸੀਂ ਇਹਨਾਂ ਸਾਰੀਆਂ ਨਾਕਾਮੀਆਂ ਦੇ ਉੱਤੇ ਮਾਸਕ ਦਾ ਨਾਮ ਲੈ ਕੇ ਪਰਦਾ ਪਾਉਣ ਦਾ ਯਤਨ ਕਰੋ। ਮੈਂ ਤਾਂ ਕੱਲ੍ਹ ਵਿਧਾਨ ਸਭਾ ਦੇ ਅੰਦਰ ਵੀ ਮਾਸਕ ਨਹੀਂ ਪਹਿਨਿਆ। ਮੈਂ ਆਪਣੀ ਰਿਪੋਰਟ ਦਿੱਲੀ ਦੀ ਇੱਕ ਅਮਰੀਕਨ ਲੈਬ ਤੋਂ ਕਰਾਈ, ਦੂਸਰੀ ਮੈਂ ਇੰਡੀਅਨ ਮੈਡੀਕਲ ਰਿਸਰਚ ਕੌਂਸਲ ICMR ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਜਿਹੜੀ ਹੈਗੀ ਆ ਸੰਸਥਾ, ਮੈਂ ਉਹਦੇ ਕੋਲੋਂ ਕਰਾਈ, ਮੈਂ ਨੈਗੇਟਿਵ ਆ। ਸੋ ਤੁਸੀਂ ਚੰਗੇ ਡਾਕਟਰਾਂ ਦਾ ਪੱਖ ਸੁਣ ਸਕਦੇ ਹੋ। ਉਹ ਦੱਸਦੇ ਵੀ ਜਿਹੜਾ ਤੁਹਾਡਾ ਮਾਸਕ ਹੈ, ਅੱਧੀਆਂ ਨਾਲੋਂ ਵੱਧ ਬਿਮਾਰੀਆਂ ਤੇ ਮਾਸਕ ਹੀ ਤੁਹਾਨੂੰ ਦੇਈ ਜਾਂਦਾ। ਸੋ ਕੈਪਟਨ ਅਮਰਿੰਦਰ ਸਿੰਘ ਜਿਹੜੇ ਪਹਿਲਾਂ ਖੁਦ ਸੈਲਫ ਕੁਆਰੰਟਾਈਨ ਸੀਗੇ, ਉਹਨਾਂ ਨੂੰ ਅਫਸਰ ਮਿਲ ਗਿਆ। ਹੁਣ ਤਾਂ ਅਫੀਸ਼ੀਅਲ ਹੋ ਗਿਆ ਵੀ ਮੇਰੇ ਨਾਲ ਜੀਰਾ ਜਿਹੜਾ ਪੋਜ਼ਿਟਿਵ ਸੀ ਉਹ ਆ ਕੇ ਬਹਿ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੈਨੂੰ ਪਿਛਲੇ ਸਮੇਂ ਦੌਰਾਨ ਸੈਲਫ ਕੁਆਰੰਟਾਈਨ ਕਿੰਨੇ ਦਿਨ ਹਾਹਾਕਾਰ ਤੋਂ ਬਾਅਦ, ਜਦੋਂ 200 ਤੋਂ ਵੱਧ ਬੰਦਾ ਜ਼ਹਿਰੀਲੀ ਸ਼ਰਾਬ ਦੇ ਨਾਲ ਮਾਝੇ ਦੀ ਧਰਤੀ ਤੇ ਮਰ ਗਿਆ, ਸਾਰੀਆਂ ਪਾਰਟੀਆਂ ਨੇ ਹਾਈ ਕਲੱਪ ਕੀਤਾ, ਰੌਲਾ ਪਾਇਆ, ਲੋਕਾਂ ਨੇ ਹਾਹਾਕਾਰ ਮਚਾਈ। ਕੈਪਟਨ ਅਮਰਿੰਦਰ ਸਿੰਘ ਸੈਲਫ ਕੁਆਰੰਟਾਈਨ ਤੋਂ ਬਾਹਰ ਪਹਿਲੀ ਵਾਰੀ ਨਿਕਲੇ 5 ਮਹੀਨਿਆਂ ਦੇ ਵਿੱਚ। ਉਹ ਪਹਿਲੀ ਵਾਰੀ ਮਾਝੇ 'ਚ ਗਏ, ਉਹ ਵੀ ਲੋਕਾਂ ਦੇ ਰੋਸ ਨੂੰ ਦੇਖਦੇ ਹੋਏ। ਕੈਪਟਨ ਅਮਰਿੰਦਰ ਸਿੰਘ ਕੱਲਾ ਮਾਸਕ ਦਾ ਨਾਮ ਲੈਂਦੇ ਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਲਾਕਡਾਊਨ ਦੇ 6 ਮਹੀਨਿਆਂ ਦੌਰਾਨ ਕੀ ਕਿਸੇ ਗਰੀਬ ਦੇ ਬੱਚੇ ਦੀ ਫੀਸ ਦਿੱਤੀ ਹੈ? ਕੀ ਕਿਸੇ ਗਰੀਬ ਦੇ ਘਰ ਦਾ ਬਿਜਲੀ ਦਾ ਬਿੱਲ ਦਿੱਤਾ? ਕੀ ਕਿਸੇ ਗਰੀਬ ਕਿਰਾਏਦਾਰ ਦੇ ਮਕਾਨ ਮਾਲਕ ਨੂੰ ਕਿਰਾਇਆ ਦਿੱਤਾ? ਇੱਕ ਨਵਾਂ ਪੈਸਾ ਪੰਜਾਬ ਦੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਰਾਹਤ ਨਹੀਂ ਦਿੱਤੀ। ਤੇ ਪ੍ਰਵਚਨ ਸੁਣ ਲਓ, ਧਰਮਰਾਜ ਬਣ ਕੇ ਰਜਿਸਟਰ ਮੂਹਰੇ ਰੱਖ ਲੈਂਦੇ ਆ ਵੀ ਫਲਾਨੀ ਤਰੀਕ ਨੂੰ ਇੰਨੇ ਮਰ ਜਾਣੇ ਆ, ਫਲਾਨੀ ਤਰੀਕ ਨੂੰ ਇੰਨੇ ਮਰ ਜਾਣੇ ਆ। ਤੁਸੀਂ ਮਾਸਕ ਪਾ ਕੇ ਰੱਖੋ। ਪਹਿਲਾਂ ਕਰੋਨਾ ਦੇ ਉੱਤੇ ਫਤਿਹ ਵੱਡੇ ਵੱਡੇ ਬੋਰਡ ਲਾਏ ਪੰਜਾਬ ਦੇ ਵਿੱਚ, ਤੇ ਚੰਦ ਦਿਨਾਂ ਬਾਅਦ ਦੁਬਾਰਾ ਫੇਰ ਕਰਫਿਊ ਲਾਤਾ। ਸੋ ਕੈਪਟਨ ਅਮਰਿੰਦਰ ਸਿੰਘ ਕਰੋਨਾ ਦੇ ਨਾਮ ਦੇ ਉੱਤੇ ਵੱਡੀ ਰਾਜਨੀਤੀ ਕਰ ਰਹੇ ਆ। ਅਸੀਂ ਉਹਨਾਂ ਦੀ ਇਸ ਰਾਜਨੀਤੀ ਨੂੰ ਪੰਜਾਬੀਆਂ ਦੇ ਕੋਲੇ ਬੇਨਕਾਬ ਕਰਕੇ ਦਮ ਲਵਾਂਗੇ। ਪਰ ਉਹਨਾਂ ਨੇ ਇਹ ਵੀ ਕਿਹਾ ਜੀ, ਜਿਹੜੇ ਕਿ ਤੁਹਾਡੇ ਨਾਲ ਦੇ ਸਾਥੀ ਉਹ ਵੀ ਨਹੀਂ ਮਾਸਕ ਪਾਉਂਦੇ, ਹਾਂਜੀ ਬਿਮਾਰੀ ਆਪ ਹੀ ਫੈਲਾ ਰਹੇ ਨੇ। ਅਸੀਂ ਰੈਸਟ ਪੋਸਟ ਆ, ਅਸੀਂ ਤੰਦਰੁਸਤ ਆ। ਤੁਹਾਨੂੰ ਦੱਸ ਕੇ ਹਟਿਆ, ਅਮਰੀਕਨ ਲੈਬ ਤੋਂ ਵੀ ਇੱਕ ਟੈਸਟ ਕਰਾਇਆ, ਇੱਕ ਜਿਹੜੀ ਇੰਡੀਅਨ ਮੈਡੀਕਲ ਕਾਉਂਸਲ ਦੀ ਲੈਬ, ਉਹ ਤੋਂ ਟੈਸਟ ਕਰਾਇਆ। ਸੋ ਇਹ ਕਰੋਨਾ ਜਿਹੜਾ ਠੀਕ ਹੈ, ਇੱਕ ਵਾਇਰਲ ਆ ਬਿਮਾਰੀ ਹੈਗੀ ਆ, ਪਰ ਐਡਾ ਭੂਤ ਨਹੀਂ ਹੈਗਾ ਜਿੱਡਾ ਭੂਤ ਪੂਰੀ ਦੁਨੀਆ ਦੇ ਵਿੱਚ ਜਿਹੜੇ ਰੂਲਿੰਗ ਦੇ ਵਿੱਚ ਬੈਠੇ ਰਾਜਨੀਤਿਕ ਲੋਕ ਆ, ਜਿਹੜੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ, ਉਹ ਚਾਹੁੰਦੇ ਕੀ ਆ? ਇਹ ਇਕੱਲਾ ਸਾਡੇ ਪੰਜਾਬ, ਸਾਡੇ ਦੇਸ਼ ਨਹੀਂ, ਇਹ ਪੂਰੀ ਦੁਨੀਆ ਦੇ ਵਿੱਚ ਜਿਹੜੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਆ, ਉਹ ਕਰੋਨਾ ਦੀ ਬਿਮਾਰੀ ਦੇ ਵਿੱਚੋਂ ਇੱਕ ਸਰਕਾਰ ਹੋਰ ਕਿਵੇਂ ਲੈ ਕੇ ਆਉਣੀ ਆ? ਡੰਡੇ ਦੇ ਨਾਲ ਲੋਕਾਂ ਨੂੰ, ਜਿਵੇਂ ਮਦਾਰੀ ਕਹਿੰਦਾ ਚੱਲ ਜਮੂਰੇ ਅੰਦਰ, ਡੰਡੇ ਦੇ ਨਾਲ ਲੋਕਾਂ ਨੂੰ ਲਾਕਡਾਊਨ, ਕਦੇ ਟਾਂਕ ਜਿਸ ਆਜ਼ਾਦ ਦੁਕਾਨਾਂ ਖੁੱਲਣਗੀਆਂ ਕੱਲ੍ਹ ਨੂੰ ਆ 5 ਦਿਨ ਦਾ ਹਫ਼ਤਾ, 5 ਦਿਨ ਦੇ ਵਿੱਚ ਜਿਹੜਾ ਜਿਸ ਵਾਲਾ ਉਹਨੂੰ 2 ਦਿਨ ਦੁਕਾਨ ਮਿਲੀ। ਉਹ ਵਪਾਰੀ ਦੋਸਤੋ ਜਾਊਗਾ ਕਿੱਥੇ? ਉਹ ਆਪਣੇ EMPLOYE ਜਿਹੜੇ ਮੁਲਾਜ਼ਮ ਰੱਖੇ ਉਹਨਾਂ ਨੂੰ ਕਿਵੇਂ ਤਨਖਾਹਾਂ ਦੇਊਗਾ? ਉਹ ਕਿਵੇਂ ਬਿਜਲੀ ਦਾ ਬਿੱਲ ਭਰੂਗਾ? ਉਹ ਕਿਵੇਂ ਆਪਣੀ ਦੁਕਾਨ ਦਾ ਕਿਰਾਇਆ ਦੇਊਗਾ? ਕਦੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਸ ਗੱਲ ਦੇ ਉੱਤੇ ਧਿਆਨ ਦਿੱਤਾ ਕਿ ਅਸੀਂ ਜਿਹੜੇ ਮਾਤੜ ਲੋਕ ਆ, ਉਹਨਾਂ ਦੇ ਸਕੂਲਾਂ ਦੇ ਜਿਹੜੇ ਬੱਚੇ ਜਾਂਦੇ, ਉਹਨਾਂ ਦੀਆਂ ਫੀਸਾਂ ਦਾ ਇੰਤਜ਼ਾਮ ਕਰ ਲਈਏ? ਬਿਜਲੀ ਦਾ ਬਿੱਲ ਨਹੀਂ ਲੋਕ ਦੇ ਸਕੇ, 6-6 ਮਹੀਨੇ ਕੰਮ ਬੰਦ ਪਏ ਨੂੰ ਹੋ ਗਏ, ਅਸੀਂ ਬਿਜਲੀ ਦੇ ਬਿੱਲਾਂ ਦੀ ਰਾਹਤ ਦੇ ਦਈਏ? ਇੱਕ ਨਵੇਂ ਪੈਸੇ ਦੀ ਇਸ ਸਰਕਾਰ ਨੇ ਲੋਕਾਂ ਨੂੰ ਰਾਹਤ ਨਹੀਂ ਦਿੱਤੀ, ਉਲਟਾ ਨਿਤ ਨਵੇਂ ਰੋਜ਼ ਸ਼ਗੂਫੇ ਛੱਡੇ ਜਾ ਰਿਹਾ ਸਰਕਾਰ ਦੁਆਰਾ। ਮੈਂ ਤਾਂ ਕੱਲ ਰਾਸ਼ਨ ਨੂੰ ਲੈ ਕੇ ਪਰਸੋਂ ਬੀਜੇਪੀ ਨੇ ਕਾਂਗਰਸ ਦੇ ਵਿਧਾਇਕ ਦੇ ਜਿਹੜਾ ਸਕੂਲ ਦੇ ਵਿੱਚ ਕਿਸੇ ਦੇ ਕੌਂਸਲਰ ਦੇ ਕਾਫੀ ਰਾਸ਼ਨ ਉੱਥੇ ਪਾਇਆ ਗਿਆ, ਕਹਿੰਦੇ ਵੰਡਿਆ ਨਹੀਂ ਜਾ ਰਿਹਾ ਰਾਸ਼ਨ। ਕੱਲਾ ਲੁਧਿਆਣੇ ਦੇ ਵਿੱਚ ਨਹੀਂ, ਪੂਰੇ ਪੰਜਾਬ ਦੇ ਅੰਦਰ ਕਾਂਗਰਸ ਦੇ ਬਹੁਤ ਸਾਰੇ ਲੀਡਰ ਸਾਹਿਬਾਨ ਜਿਹੜਾ ਗਰੀਬਾਂ ਨੂੰ ਰਾਸ਼ਨ ਕੇਂਦਰ ਸਰਕਾਰ ਨੇ ਮੁਹੱਈਆ ਕਰਾਇਆ, ਇਹਨਾਂ ਦਾ ਧੇਲਾ ਨਹੀਂ ਲੱਗਿਆ, ਇਹ ਉਹਦੇ ਵਿੱਚ ਵੀ ਠੱਗੀ ਮਾਰ ਰਹੇ ਆ। ਹੁਣ ਕਿਸੇ ਕੌਂਸਲਰ, ਕਿਸੇ ਕਾਂਗਰਸ ਦੇ ਸਰਪੰਚ, ਕਿਸੇ ਕਾਂਗਰਸ ਦੇ ਲੀਡਰ ਦੇ ਘਰ ਦੇ ਵਿੱਚ ਜਾਂ ਉਹਦੀ ਦੁਕਾਨ ਦੇ ਵਿੱਚ ਸੈਂਕੜੇ ਬੋਰੀਆਂ, ਤੁਸੀਂ ਸਮਝ ਸਕਦੇ ਹੋ, ਇਹ ਬੋਰੀ ਦਾ ਪਲਟਾ ਕਰਕੇ ਉਹਨੂੰ ਵੇਚ ਰਹੇ ਆ।
ਸਰਕਾਰੀ ਬੋਰੀ ਉਤਾਰ ਰਹੇ ਆ, ਸਰਕਾਰੀ ਬੋਰੀ ਉਤਾਰ ਕੇ ਉਹੀ ਰਾਸ਼ਨ ਜਿਹੜਾ ਗਰੀਬ ਨੂੰ ਫ੍ਰੀ ਦੇ ਵਿੱਚ ਦੇਣ ਵਾਸਤੇ ਕੇਂਦਰ ਸਰਕਾਰ ਨੇ ਸਟੇਟ ਦੀਆਂ ਗਵਰਨਮੈਂਟਾਂ ਨੂੰ ਸਹਾਇਤਾ ਭੇਜੀ ਆ, ਉਹ ਵੇਚਿਆ ਜਾ ਰਿਹਾ ਬਾਜ਼ਾਰ ਦੇ ਵਿੱਚ। ਸੋ ਇਹ ਚਿਹਰਾ ਬੇਨਕਾਬ ਹੋਇਆ। ਅਸੀਂ ਇੱਦਾਂ ਦੇ ਲੋਕ ਜਿਹੜੇ ਗਰੀਬ ਦਾ ਹਕੂਕ ਖਾਣ ਵਾਸਤੇ ਤੁਰੇ ਆ, ਉਹਨਾਂ ਨੂੰ ਚੇਤਾਵਨੀ ਦਿੰਦੇ ਆ ਤੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਵੀ ਇਹਨਾਂ ਦੇ ਉੱਤੇ ਤੁਰੰਤ ਮੁਕੱਦਮਾ ਦਰਜ ਕਰਾਇਆ ਜਾਵੇ। ਮੈਂ ਸਾਹਿਬ ਇੱਕ ਸਵਾਲ ਹੋ ਰਿਹਾ ਹੈ, ਇੱਕ ਨਾ ਵੀਡੀਓ ਵਾਇਰਲ ਹੋ ਰਹੀ ਹੈ ਕਾਂਗਰਸ ਦੇ ਨਾਲ ਹੀ ਸੰਬੰਧਿਤ ਵਰਕਰਾਂ ਦਾ। ਉਹ ਕਹਿੰਦਾ ਜਿੰਨੇ ਵਿਧਾਇਕ ਨੇ ਅਫਸਰ ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਕਟੌਤੀ ਹੋਣੀ ਚਾਹੀਦੀ ਹੈ, ਸਾਡੀਆਂ ਦੁਕਾਨਾਂ ਬੰਦ ਨੇ ਜਾਂ ਲੋਕ ਪਰੇਸ਼ਾਨ ਨੇ। ਮੈਂ ਸਹਿਮਤ ਹਾਂ, ਮੈਂ ਤਾਂ ਕਹਿਣਾ ਕਿ ਕਰੋਨਾ ਲਾਕਡਾਊਨ ਜਿੰਨੇ ਮਹੀਨੇ ਚੱਲਣਾ, ਕੈਪਟਨ ਅਮਰਿੰਦਰ ਸਿੰਘ ਆਪਣੇ ਤੋਂ ਸਟਾਰਟ ਕਰਕੇ ਸਾਰੇ ਐਮਐਲਏ ਜਿੰਨੇ ਵੋਟ ਦੁਆਰਾ ਚੁਣੇ ਹੋਏ ਨੁਮਾਇੰਦੇ ਹੈਗੇ ਆ, ਉਹਨਾਂ ਦੀ ਸੰਕੇਤ ਮਾਤਰ 1 ਰੁਪਿਆ ਤਨਖਾਹ, ਤੇ ਜਿੰਨੇ ਅਫਸਰ ਸਾਹਿਬਾਨ ਆ ਜਿਨ੍ਹਾਂ ਦੀ ਤਨਖਾਹ 40,000 ਤੋਂ ਉੱਤੇ, ਉਹਨਾਂ ਦੀ ਤਨਖਾਹ ਦੇ ਵਿੱਚ ਅੱਧੀ ਕਟੌਤੀ। ਮਤਲਬ ਕਿ ਜੇ 50,000 ਕੋਈ ਲੈਂਦਾ ਉਹਨੂੰ 45,000 ਦੇ ਦਿਓ, 40,000 ਵਾਲੇ ਨੂੰ ਛੇੜੋ ਨਾ, ਉਹਨੂੰ ਦਿੰਦੇ ਰਹੋ ਤਨਖਾਹ। ਜਿਹੜੇ 40,000 ਤੋਂ ਉੱਤੇ ਦੇ ਸੈਗਮੈਂਟ ਦੇ ਵਿੱਚ ਸਰਕਾਰੀ ਅਫਸਰ ਤੇ ਮੁਲਾਜ਼ਮ ਆਉਂਦੇ ਆ, ਉਹਨਾਂ ਦੀ 40,000 ਤੋਂ ਉੱਪਰਲੀ ਤਨਖਾਹ ਦੇ ਵਿੱਚ ਅੱਧੀ ਕਟੌਤੀ ਲਾ ਦਿਓ। ਲਓ, ਮੈਂ ਕਹਿੰਦਾ ਕੋਈ ਵਪਾਰੀ, ਕੋਈ ਮਾਤੜ, ਕੋਈ ਗਰੀਬ ਭੁੱਖੇ ਢਿੱਡ ਨਹੀਂ ਸੌਂ ਸਕਦਾ। ਕਿਸੇ ਬੱਚੇ ਨੂੰ ਕੋਈ ਸਕੂਲ ਕਾਲਜ ਦੇ ਵਿੱਚ ਜਲਾਲਤ ਨਹੀਂ ਸਹਿਣੀ ਪੈ ਸਕਦੀ। ਇਹ ਸਾਰੇ ਪ੍ਰਬੰਧ ਹੋ ਸਕਦੇ ਆ, ਪਰ ਕੱਲੇ ਪ੍ਰਵਚਨ ਕਰਕੇ ਨਹੀਂ, ਕੱਲੀਆਂ ਸਟੇਟਮੈਂਟਾਂ ਦੇ ਕੇ ਨਹੀਂ। ਕੈਪਟਨ ਸਾਹਿਬ, ਇਹ ਸ਼ੁਰੂਆਤ ਆਪਣੇ ਤੋਂ ਕਰੋ ਤੁਸੀਂ। Subscribe to our YouTube channel News DNN by clicking the bell icon. Don't forget to like, comment and share.